ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਟੀਵੀ ਪੰਜਾਬੀ ਦੁਨੀਆ ਨਾਲ ਤੁਸੀਂ ਜੁੜੇ ਹੋਏ ਹੋ। ਮੇਰੇ ਨਾਲ ਚੰਡੀਗੜ੍ਹ ਤੋਂ ਹਾਜ਼ਰ ਨੇ ਸੁਸ਼ੀਲ ਦਸਾਂਝ ਜੀ, ਉੱਘੇ ਜਰਨਲਿਸਟ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਸੁਣਦੇ ਹੋ। ਹੋਰ ਵੀ ਕਈ ਚੈਨਲ ਦੇ ਰਾਹੀਂ ਉਹ ਤੁਹਾਡੇ ਨਾਲ ਪਹੁੰਚ ਕਰਦੇ ਨੇ। ਸੋ ਉਹਨਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਪੰਜਾਬ ਦੇ ਮੌਜੂਦਾ ਹਾਲਾਤ ਦੇ ਉੱਤੇ। ਉਸੇ ਲੜੀ ਨੂੰ ਅੱਗੇ ਤੋਰਦੇ ਹਾਂ ਆਪਾਂ ਥੋੜ੍ਹਾ ਜਿਹਾ। ਹੁਣ ਆਪਾਂ ਰਵਾਇਤੀ ਪੋਲੀਟਿਕਸ ਦੀ ਗੱਲ ਕਰ ਰਹੇ ਸੀਗੇ ਦਸਾਂਝ ਸਾਹਿਬ ਕਿ ਰਵਾਇਤੀ ਪੋਲੀਟਿਕਸ ਕੋ ਬਹੁਤ ਕੁਝ ਹੁੰਦਾ ਆ। ਉਹਨਾਂ ਦਾ ਬੂਥ ਲੈਵਲ 'ਤੇ ਵਰਕਰ ਵੀ ਬੈਠਾ ਆ, ਚੁੱਪ ਵੋਟ ਨੂੰ ਆਪਣੇ ਨਾਲ ਤੋਰ ਲੈਂਦੇ ਆ। ਕਿਸੇ ਹੱਦ ਤੱਕ ਉਹਨਾਂ ਨਿੱਕੇ ਮੋਟੇ ਕੰਮ ਕਰਾਏ ਹੁੰਦੇ ਆ, ਕੋਈ ਆਸਾਨ ਵੀ ਹੁੰਦੇ ਆ, ਕੋਈ ਥੋੜ੍ਹਾ ਧੱਕੇ ਵੀ ਹੋ ਜਾਂਦੇ ਆ, ਡਰਾ ਵੀ ਲੈਂਦੇ ਆ, ਮਾੜੇ ਵੋਟਰ ਨੂੰ ਖਰੀਦ ਵੀ ਲੈਂਦੇ ਆ, ਪੈਸਾ ਵੀ ਦਿੰਦੇ ਆ, ਸ਼ਰਾਬ ਵੀ ਵੰਡਦੇ ਆ। ਕਿੰਨਾ ਕੁ ਚੱਲਣ ਕੀ ਚੱਲਦਾ ਇਹਦੇ ਬਾਰੇ ਅੱਗੇ ਜਾ ਕੇ ਪਤਾ ਲੱਗੂਗਾ। ਪਰ ਨਾਲ ਦੀ ਨਾਲ ਜਿਹੜੀ ਹੁਣ ਇਹ ਤਿੱਖੀ ਲੜਾਈ ਜਿਹੜੀ ਸ਼ੋਅ ਕਰ ਰਹੇ ਨੇ, ਅਤੇ ਇੱਕ ਤਰ੍ਹਾਂ ਨਾਲ ਐਂ ਲੱਗਦਾ ਆ ਕਿ ਨਵਜੋਤ ਸਿੱਧੂ ਜਿਹੋ ਜਿਹਾ ਵੀ ਕੈਂਡੀਡੇਟ ਹੈ, ਭਾਵੇਂ ਉਹਨੇ ਆਪਣੇ ਦੁਸ਼ਮਣ ਆਪ ਬਣਾਏ ਨੇ ਬੋਲ ਪਾਣੀ ਕਰਕੇ ਜਾਂ ਕਿਸੇ ਹੋਰ ਨਾ ਕਰਕੇ, ਉਹਨੂੰ ਘੇਰਨ ਲਈ ਚਾਰੇ ਪਾਸੇ ਤੋਂ ਜਿਹੜੀ ਆ ਉਹ ਸਫਬੰਦੀ ਹੋ ਚੁੱਕੀ ਆ। ਉਹਨਾਂ ਦਾ ਵਿਰੋਧ ਦੇ ਵਿੱਚ ਉਹਨਾਂ ਨੂੰ ਹਰਾਉਣ ਲਈ ਥਾਪੜਾ, ਜਿਵੇਂ ਤੁਸੀਂ ਕੱਲ੍ਹ ਵੀ ਦੱਸਿਆ ਸੀ, ਬਿਕਰਮਜੀਤ ਮਜੀਠੀਏ ਨੂੰ ਕਾਂਗਰਸ ਦਾ ਤਾਂ ਹੋਣਾ ਹੀ ਹੋਣਾ ਸੀਗਾ। ਪਰ ਨਾਲ ਦੀ ਨਾਲ ਕਿਉਂਕਿ ਕਾਂਗਰਸ ਵਾਲੇ ਨਾਰਾਜ਼ ਨੇ ਸਿੱਧੂ ਨਾਲ, ਉਹ ਵੀ ਉਹਨਾਂ ਨੂੰ ਥਾਪੜਾ ਦੇ ਰਹੇ ਆ। ਜਿਹੜੇ ਕਾਂਗਰਸ 'ਚੋਂ ਕੱਢੇ ਹੋਏ ਮੁੱਖ ਮੰਤਰੀ, ਮੈਂ ਕੱਢੇ ਹੋਏ ਸ਼ਬਦ ਜਾਣ ਕੇ ਵਰਤਿਆ, ਉਹ ਕੈਪਟਨ ਸਾਹਿਬ, ਉਹਨਾਂ ਦਾ ਵੀ ਉਹਨਾਂ ਨੂੰ ਥਾਪੜਾ, ਉਹਨਾਂ ਦਾ ਭਤੀਜਾ ਹੀ ਆ ਜੀ ਕਿਤੇ ਨਾ ਕਿਤੇ। ਅਤੇ ਦੂਜੇ ਪਾਸਿਓਂ ਜਿਹੜੇ ਬੀਜੇਪੀ ਵਾਲੇ ਉਹ ਵੀ ਇਸ ਤਰ੍ਹਾਂ ਚਾਹੁੰਗੇ ਵੀ ਸਿੱਧੂ ਨੂੰ ਉੱਥੋਂ ਨਾ ਸੀਟ ਕੱਢਣ ਦਿੱਤੀ ਜਾਵੇ। ਅਤੇ ਹੁਣ ਤਾਂ ਵੀ ਖਬਰ ਆ ਗਈ ਜਿਹੜਾ 34-35 ਸਾਲ ਪੁਰਾਣਾ ਕੇਸ ਸੀਗਾ ਫਿਰ ਖੋਲ੍ਹ ਲਿਆ। ਇਸ ਮੌਕੇ 'ਤੇ ਜਦੋਂ ਇੱਦਾਂ ਦਾ ਘੇਰਾਬੰਦੀ ਉਹਦੀ ਕੀਤੀ ਜਾ ਰਹੀ ਆ ਨਵਜੋਤ ਸਿੱਧੂ ਦੀ, ਤੁਹਾਨੂੰ ਕਿਤੇ ਲੱਗਦਾ ਨਹੀਂ ਕਿ ਕੋਈ ਥੋੜ੍ਹੀ ਬਹੁਤੀ ਹਮਦਰਦੀ ਦੀ ਵੋਟ ਉਹਨਾਂ ਵੱਲ ਜਾ ਸਕਦੀ ਹੈ? ਭਾਈ ਇਹ ਤਾਂ ਬਿਲਕੁਲ ਹੀ ਧੱਕਾ ਕਰ ਰਹੇ ਆ। ਉਹ ਸ਼ਾਇਦ ਇਹੀ ਪ੍ਰਾਰਥਨਾ ਕਰਨ ਵੈਸ਼ਨੋ ਦੇਵੀ ਦੀ ਯਾਤਰਾ ਤੇ ਗਏ ਆ। ਹਾਂਜੀ, 10 ਥਾਵਾਂ ਤੇ ਪ੍ਰੋਗਰਾਮ ਰੱਖੇ ਸੀ। ਕੱਲ ਉਹਨਾਂ ਨੇ ਚਲ ਗਏ ਉਹ ਵੈਸ਼ਨੋ ਦੇਵੀ ਦੀ ਯਾਤਰਾ ਤੇ। ਉਹ ਅਸਲ ਦੇ ਵਿੱਚ ਤੁਸੀਂ ਦੇਖੋ, ਇਹਨੂੰ ਗੱਲ ਨੂੰ ਸਮਝਣ ਵਾਲੀ ਹੈ। ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਜ਼ਿਆਦਾ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਮੇਰੀ ਮਦਰ ਹਿੰਦੂ ਸੀਗੇ, ਮੇਰੇ ਫਾਦਰ ਸਿੱਖ। ਆਪਣੇ ਆਪ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇਸੇ ਕਰਕੇ ਬਾਰ-ਬਾਰ ਕਰਦੇ ਆ ਵੀ ਹਿੰਦੂ ਤੇ ਸਿੱਖ ਸਾਂਝੀ ਕਰਕੇ ਵੀ ਜਿਹੜੀ ਹਿੰਦੂ ਵੋਟ ਹੈ, ਕਿਉਂਕਿ ਸ਼ਹਿਰੀ ਵੋਟ ਜਿਹੜੀ ਆ ਉਹਦੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਆਧਾਰ ਬਣ ਜਾਂਦਾ ਹੈ। ਉਹ ਭਾਵੇਂ ਉਹਨਾਂ ਦਾ ਆਪਣਾ ਹਲਕਾ ਹੋਵੇ ਤੇ ਭਾਵੇਂ ਸਾਰਾ ਪੰਜਾਬ ਹੋਵੇ, ਕਾਂਗਰਸ ਪਾਰਟੀ ਲਈ ਉਹ ਵੋਟ ਜਿਹੜੀ ਆ ਉਹਦੇ ਤੱਕ ਅਪਰੋਚ ਹੋ ਸਕੇ। ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਉਹਨਾਂ ਨੇ ਦਿੱਤੀ ਤੇ ਉਹਦੇ 'ਚ ਤਾਂ ਉਹਨਾਂ ਨੇ ਕਾਫੀ ਖੁੱਲ੍ਹ ਕੇ ਗੱਲ ਇਸ ਮਸਲੇ ਤੇ ਕੀਤੀ ਵੀ ਮੇਰੀ ਮਦਰ ਹਿੰਦੂ ਸਨ ਤੇ ਜਿਹੜੀ ਮਦਰ ਹੁੰਦੀ ਹੈ, ਮਾਂ ਹੁੰਦੀ ਹੈ, ਉਹਦੇ ਹਿੱਸੇ 'ਚ ਜਿਹੜਾ ਬੱਚਾ ਆ ਉਹਦੀ ਕਹਿ ਲਓ ਵੀ ਹੱਡੀਆਂ ਤੇ ਜਿਹੜਾ ਮਤਲਬ ਲਹੂ ਜਿਹੜਾ ਆਉਂਦਾ ਆ ਤੇ ਜਿਹੜਾ ਬਾਪ ਹੁੰਦਾ ਉਹਦੇ ਹਿੱਸੇ ਦੇ ਵਿੱਚ ਬੱਚੇ ਦਾ ਮਾਸ ਬਣਦਾ ਆ, ਸ਼ਬਦ ਉਹਨਾਂ ਵਰਤਿਆ ਸੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਏਦਾਂ ਦੀਆਂ ਗੱਲਾਂ ਕਰਕੇ ਉਹ ਥੋੜੀ ਜਿਹੀ ਏਦਾਂ ਦਾ ਨੈਰੇਟਿਵ ਵੀ ਉਸਾਰ ਰਿਹਾ ਵੀ ਜਿਹੜੀ ਹਿੰਦੂ ਵੋਟ ਜਿਹੜੀ ਹੈ ਉਹਦੇ ਤੇ ਸਹੀ ਤਰੀਕੇ ਨਾਲ ਉਹਨਾਂ ਦੀ ਅਪਰੋਚ ਹੋ ਸਕੇ। ਤੇ ਕੱਲ ਸਾਰਾ ਕੁਝ ਛੱਡ ਛਡਾ ਕੇ ਅਚਾਨਕ ਹੀ ਉਹ ਵੈਸ਼ਨੋ ਦੇਵੀ ਦੀ ਯਾਤਰਾ ਤੇ ਚੱਲ ਗਏ। ਮੈਦਾਨ ਭਖਿਆ ਹੋਵੇ ਤੇ ਖੁਦ ਨੂੰ ਘੇਰਾ ਪੈ ਗਿਆ ਹੋਵੇ ਤੇ ਉਹ ਬਾਹਰ ਕਿਤੇ ਜਾ ਨਹੀਂ ਸਕਦੇ, ਤੇ ਪਰ ਉਹ ਸ਼ਾਇਦ ਕੋਈ ਨਾ ਕੋਈ ਕਹਿ ਲਓ ਵੀ ਲੈਣ ਗਏ ਨੇ ਆਸ਼ੀਰਵਾਦ ਮਾਤਾ ਵੈਸ਼ਨੋ ਦੇਵੀ ਦਾ। ਦੇਖਦੇ ਆ ਉਹ ਹੁਣ ਆ ਕੇ ਕਿਸ ਕਿਸਮ ਦਾ ਉਹਨਾਂ ਦਾ ਬਿਹੇਵ ਰਹਿੰਦਾ ਹੈ। ਪਰ ਸਾਰੇ ਪੰਜਾਬ ਦੇ ਵਿੱਚ ਜਾਣ ਦੀ ਐਜ਼ ਏ ਕਾਂਗਰਸ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਨਹੀਂ ਰਹਿਣੀ। 117 ਸੀਟਾਂ ਦੇ ਵਿੱਚੋਂ ਸ਼ਾਇਦ ਉਹ 15-20 ਸੀਟਾਂ ਤੱਕ ਹੀ ਜਾ ਸਕਣ ਜਿਹੜੇ ਉਹਨਾਂ ਦੇ ਕੈਂਡੀਡੇਟ ਹੋਣਗੇ ਕਾਂਗਰਸ ਦੇ। ਘਿਰ ਗਏ ਨੇ ਅੰਮ੍ਰਿਤਸਰ ਈਸਟ ਦੇ ਵਿੱਚ। ਕਿਵੇਂ ਇਹ ਸਾਰੀ ਚੀਜ਼ ਨੂੰ 17 ਦਿਨਾਂ ਦੇ ਵਿੱਚ ਉਹ ਮੈਨੇਜ ਕਰਦੇ ਆ? ਤਾਂ ਆਪਣੇ ਘਰ ਦੇ ਵਿੱਚ ਘਿਰ ਗਏ ਉਹ, ਤੇ ਦੂਜਾ ਪੰਜਾਬ ਤੋਂ ਜਾ ਨਹੀਂ ਸਕਣਾ। ਤੇ ਜਿਹੜਾ ਉਹਨਾਂ ਦਾ ਦਾਅਵਾ ਆ ਚੀਫ ਮਿਨਿਸਟਰ ਦੇ ਕੈਂਡੀਡੇਟ ਦਾ, ਉਹ ਦਾਅਵਾ ਜਿਹੜਾ ਆ ਸ਼ਾਇਦ ਜਿਹੜੀ ਕੱਲ ਇੱਕ ਵੀਡੀਓ ਹੋਰ ਜਾਰੀ ਕੰਪੇਨ ਦੀ ਕੀਤੀ ਗਈ ਹੈ, ਇੱਕ ਥੀਮ ਸੌਂਗ ਜਾਰੀ ਕੀਤਾ ਗਿਆ, ਉਹਦੇ 'ਚ ਚਰਨਜੀਤ ਸਿੰਘ ਚੰਨੀ ਤੇ ਜੀ ਕੁਛ ਆਵਾਜ਼ ਆ ਰਹੀ ਹੈ ਪਿੱਛੇ? ਹਾਂਜੀ ਕੋਈ ਨਹੀਂ, ਕਰੋ ਜੀ। ਹਾਂਜੀ ਹਾਂ, ਸੋ ਜਿਹੜਾ ਉਹ ਥੀਮ ਸੌਂਗ ਜਾਰੀ ਕੀਤਾ
ਸੰਭਾਵਨਾ ਇਹ ਸੀ ਕੱਲ ਸ਼ਾਮੀ 7 ਵਜੇ ਤੱਕ ਕਿਹਾ ਜਾ ਰਿਹਾ ਸੀ ਕਾਂਗਰਸ ਕੋਈ ਵੱਡਾ ਐਲਾਨ ਕਰ ਸਕਦੀ ਹੈ ਤੇ ਲੋਕ ਸ਼ਾਇਦ ਇਹ ਸੋਚਣ ਲੱਗ ਪਏ ਵੀ ਹੁਣ ਚੀਫ ਮਿਨਿਸਟਰ ਦੇ ਕੈਂਡੀਡੇਟ ਦੀ ਅਨਾਉਂਸਮੈਂਟ ਹੋ ਜਾਣੀ ਹੈ। ਪਰ ਉਹ 7 ਵਜੇ ਉਹਨਾਂ ਨੇ ਥੀਮ Song ਜਾਰੀ ਕਰ ਦਿੱਤਾ ਜਿਹਦੇ 'ਚ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੂੰ ਬਰਾਬਰ ਰੱਖਿਆ ਗਿਆ। ਸੋ ਇਹ ਫੇਰ ਗੱਲ ਚੱਲ ਪਈ ਹੈ ਵੀ ਭਾਵੇਂ ਰਾਹੁਲ ਗਾਂਧੀ ਕਹਿ ਕੇ ਗਏ ਸੀ ਕਿ ਅਸੀਂ ਚੀਫ ਮਿਨਿਸਟਰ ਦਾ ਕੈਂਡੀਡੇਟ ਅਨਾਉਂਸ ਕਰਾਂਗੇ ਤੇ ਪਰ ਫਿਰ ਉਹਨੂੰ ਬਰਾਬਰ ਰੱਖ ਕੇ ਹੀ ਲੜਿਆ ਜਾ ਰਿਹਾ। ਜਾਨੀ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਜੇ ਚਰਨਜੀਤ ਸਿੰਘ ਚੰਨੀ ਨੂੰ ਕੱਲ ਨੂੰ ਸੀਐਮ ਦਾ ਕੈਂਡੀਡੇਟ ਨਾ ਵੀ ਐਲਾਨਿਆ ਜਾਏ ਪਰ ਨਵਜੋਤ ਸਿੰਘ ਸਿੱਧੂ ਨੂੰ ਵੀ ਕੈਂਡੀਡੇਟ ਨਹੀਂ ਐਲਾਨਿਆ ਜਾਏਗਾ, ਉਹਨੂੰ ਬਰਾਬਰ ਰੱਖਿਆ ਜਾਏਗਾ ਦੋਵਾਂ ਨੂੰ। ਜੇ ਇਦਾਂ ਦੀ ਸੰਭਾਵਨਾ ਦੇ ਵਿੱਚ ਉਹ ਜੇ ਪੰਜਾਬ ਦੇ ਵਿੱਚ ਨਹੀਂ ਜਾਣਗੇ ਆਪਣੇ ਕੈਂਡੀਡੇਟਸ, ਕਾਂਗਰਸ ਦੇ ਕੈਂਡੀਡੇਟਸ ਜਿਹੜੇ ਆ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨ ਵਾਸਤੇ ਉਹਨਾਂ ਦੇ ਹਲਕਿਆਂ 'ਚ, ਤਾਂ ਫਿਰ ਇਹ ਚੋਣਾਂ ਤੋਂ ਬਾਅਦ ਜਿਹੜੇ ਐਮਐਲਏ ਜਿੱਤਦੇ ਆ ਮੰਨ ਲਓ ਕਾਂਗਰਸ ਪਾਰਟੀ ਦੇ, ਤੇ ਜਿਨ੍ਹਾਂ ਲਈ ਪ੍ਰਚਾਰ ਕਰਨ ਜਿਹੜਾ ਗਿਆ ਹੋਏਗਾ, ਸੁਨੀਲ ਜਾਖੜ ਗਿਆ ਹੋਏਗਾ ਜਾਂ ਚਰਨਜੀਤ ਸਿੰਘ ਚੰਨੀ ਗਏ ਹੋਣਗੇ ਤੇ ਉਹਨਾਂ ਦੀ ਫਿਰ ਹਮਾਇਤ ਦੇ ਵਿੱਚ ਹੋਗੇ। ਸੋ ਹਰ ਮਾਮਲੇ 'ਚ ਟਫ ਸਿਚੁਏਸ਼ਨ 'ਚ ਹੈਗੇ ਆ ਨਵਜੋਤ ਸਿੰਘ ਸਿੱਧੂ ਤੇ ਖਾਸ ਤੌਰ ਤੇ ਮੈਨੂੰ ਇਹ ਤਾਂ ਨਹੀਂ ਪਤਾ ਵੀ ਨਤੀਜਾ ਕੀ ਹੋਣਾ, ਕੋਈ ਵੀ ਦਾਅਵਾ ਨਹੀਂ ਕਰ ਸਕਦਾ, ਪਰ ਜਿਸ ਵਿਉਂਤਬੰਦੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਰਾਹੀਂ ਘੇਰਿਆ ਗਿਆ ਉਹਨਾਂ ਨੂੰ ਤਾਂ ਨਤੀਜੇ ਹੈਰਾਨ ਕਰਨ ਵਾਲੇ ਵੀ ਹੋ ਸਕਦੇ। ਦਸਾਂਝ ਸਾਹਿਬ, ਜਿੱਥੋਂ ਤੱਕ ਠੀਕ ਹੈ ਤੁਹਾਡੀ ਇਹ ਸਾਰੀ ਐਨਾਲਿਸਿਸ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਹ ਤਾਂ ਬਿਲਕੁਲ ਠੀਕ ਹੈ, ਪਰ ਜਿਸ ਤਰ੍ਹਾਂ ਕਾਂਗਰਸ ਜਿੱਦਾਂ ਕੱਲ ਪਰਸੋਂ ਵੀ ਆਪਾਂ ਗੱਲ ਕਰਦੇ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਕਿਹਾ ਕਿ ਕਾਂਗਰਸ ਨੂੰ ਹੋਰ ਕੋਈ ਨਹੀਂ, ਕਾਂਗਰਸ ਹੀ ਹਰਾ ਸਕਦੀ ਹੈ। ਸੁਨੀਲ ਜਾਖੜ ਹੋਰਾਂ ਦਾ ਬੜਾ ਅਜੀਬ ਬਿਆਨ ਜਿਹੜਾ ਉਹ ਚਰਚਾ 'ਚ ਰਿਹਾ ਕਿ ਮੈਨੂੰ ਤੇ ਪੰਜਾਬ ਦੇ ਜਿਹੜੇ ਪਹਿਲਾਂ ਚੁਣੇ ਹੋਏ ਐਮਐਲਏ ਸੀ ਉਹ ਆਪਣਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਪਰ ਕਿਹੜੇ ਕਾਰਨ ਹੈ ਜਿਹਦੇ ਕਰਕੇ ਨਹੀਂ ਬਣਿਆ। ਉਹਨਾਂ ਤੇ ਅੰਕੜੇ ਵੀ ਦੱਸਦੇ ਕਿ ਮੈਨੂੰ ਕਿੰਨੇ ਚਾਹੁੰਦੇ ਸੀ, ਸਿੱਧੂ ਨੂੰ ਕਿੰਨੇ ਚਾਹੁੰਦੇ ਸੀ, ਚੰਨੀ ਨੂੰ ਚਾਹੁੰਦੇ 2 ਬੰਦੇ ਸੀ। ਮੈਨੂੰ ਲੱਗਦਾ ਹੈ ਵੀ ਇਹ ਕੋਈ ਵੀ ਕਿਸੇ ਦਾ ਮਿੱਤ ਨਹੀਂ ਆ। ਕਦੀ ਲੱਗਦਾ ਕਿ ਜਾਖੜ ਸਾਹਿਬ ਬੜੇ ਨਿਮਰ ਸੁਭਾਅ ਦੇ ਸੁਲਝੇ ਹੋਏ ਸਿਆਸਤਦਾਨ ਨੇ, ਉਹ ਇਹੋ ਜਿਹੀ ਗੱਲ ਨਹੀਂ ਕਰਦੇ ਤੇ ਚੰਨੀ ਬਾਰੇ ਉਹਨਾਂ ਦੇ ਕਮੈਂਟ ਆਉਣੇ ਜਾਂ ਸਿੱਧੂ ਬਾਰੇ ਤਾਂ ਖੈਰ ਓਪਨਲੀ ਆ ਹੀ ਰਹੇ ਸੀਗੇ। ਤੇ ਹੁਣ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਕਾਂਗਰਸੀ ਲੀਡਰ ਨੇ ਕਿਹੜੇ ਲੀਡਰ ਦੇ ਉੱਤੇ ਕੋਈ ਨਾ ਕੋਈ ਜਿਹੜਾ ਉਹ ਚਿੱਕੜ ਛਾਲ ਦੇਣਾ ਆ। ਇਹ ਆਪਸ 'ਚ ਉਹਨਾਂ ਦਾ ਇਹ ਹਾਲ ਹੈ ਤੇ ਲੋਕ ਫਿਰ ਕੀ ਸੋਚ ਰਹੇ ਹੋਣਗੇ ਉਹਨਾਂ ਬਾਰੇ। ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਾ ਕੇ ਨਵਾਂ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ, ਇੱਕ ਦਿਨ ਦਾ ਜਿਹੜਾ ਉਹ ਤਮਾਸ਼ਾ ਹੋਇਆ, ਉਦੋਂ ਇਹ ਗੱਲ ਆ ਗਈ ਸੀ ਬਾਹਰ ਵੀ ਹਾਂ ਸੁਨੀਲ ਜਾਖੜ ਨੂੰ ਸਭ ਤੋਂ ਵੱਧ ਵੋਟਾਂ ਪਈਆਂ। 38 ਵੋਟਾਂ ਕਹੀਆਂ ਜਾ ਰਹੀਆਂ ਸੀ ਵੀ 79 ਐਮਐਲਏ ਦੇ ਵਿੱਚੋਂ 38 ਜਿਹੜਾ ਐਮਐਲਏ ਸੀਗੇ ਉਹ ਜਾਖੜ ਸਾਹਿਬ ਦੇ ਹੱਕ ਵਿੱਚ ਭੁਗਤੇ ਆ। ਅੱਜ ਕੱਲ ਉਹਨਾਂ ਨੇ ਜਨਤਕ ਤੌਰ ਤੇ ਇਸ ਗੱਲ ਨੂੰ ਦੱਸਿਆ ਤੇ ਉਹਨਾਂ ਨੇ 38 ਦੀ ਥਾਂ ਤੇ 42 ਯਾਨੀ 42 ਵਿਧਾਇਕਾਂ ਬਾਰੇ ਕਿਹਾ। ਦੇਖੋ ਗੱਲ ਇਹ ਹੈ ਵੀ ਉਹ ਸੀਗੇ ਬੰਗਲੌਰ ਗਏ ਹੋਏ ਤੇ ਉਹਨਾਂ ਦਿਨਾਂ ਦੇ ਵਿੱਚ ਤੇ ਉਹ ਰੂਟੀਨ 'ਚ ਐਮਐਲਏ ਵੀ ਹੈ ਨਹੀਂ ਸੀ, ਕਾਂਗਰਸ ਪਾਰਟੀ ਦੇ ਚੁਣੇ ਹੋਏ ਵਿਧਾਇਕ ਤਾਂ ਹੈ ਨਹੀਂ ਸੀ, ਉਹ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਸੀ ਜੀ ਤੇ ਇਸ ਕਰਕੇ ਉਹਨਾਂ ਨੂੰ ਚੋਣ ਨਹੀਂ ਸੀ ਲੜਾਈ ਗਈ ਤੇ ਉਹ ਵਿਧਾਇਕ ਨਹੀਂ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਪ੍ਰਧਾਨਗੀ ਲੈ ਕੇ ਦੇ ਦਿੱਤੀ ਨਵਜੋਤ ਸਿੰਘ ਸਿੱਧੂ ਨੂੰ ਤੇ ਉਹ ਚਲੇ ਹੋਰ ਕੋਈ ਕੰਮ ਗਏ ਹੋਣਗੇ ਤੇ ਹਾਈ ਕਮਾਨ ਨੇ ਫੋਨ ਕਰਕੇ ਕਿਹਾ ਤੁਰੰਤ ਚੰਡੀਗੜ੍ਹ ਪਹੁੰਚੋ, ਤੁਹਾਨੂੰ ਸੀਐਮ ਇਹ ਕਹੇ ਤੇ ਉਹ ਆਏ ਤੇ ਇਸੇ ਕਰਕੇ ਵੋਟਿੰਗ ਦੇ ਵਿੱਚ ਉਹਨਾਂ ਦਾ ਨਾਂ ਪਾਇਆ ਗਿਆ ਵੀ ਦੱਸੋ ਕਿ ਕੌਣ ਕਿਹਦੇ ਹੱਕ ਦੇ ਵਿੱਚ ਹੈ ਤੇ 42 ਯਾਨੀ 42 ਵੋਟਾਂ ਉਹਨਾਂ ਦੇ ਦਾਅਵੇ ਦੇ ਮੁਤਾਬਕ ਸਾਨੂੰ ਉਦੋਂ 38 ਪਤਾ ਲੱਗੀਆਂ ਸੀ ਵੀ 42 ਵੋਟਾਂ ਜਿਹੜੀਆਂ ਵਿਧਾਇਕਾਂ ਦੀਆਂ 79 ਦੇ ਵਿੱਚੋਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਈਆਂ। ਇਹ ਰਿਐਲਿਟੀ ਹੈ, ਇਹ 'ਚ ਕੋਈ ਝੂਠ ਨਹੀਂ ਹੈ। ਇੱਕ ਅੱਧੀ ਵੋਟ ਦਾ ਫਰਕ ਹੋ ਸਕਦਾ ਵੀ 42 ਦੀ ਥਾਂ 41 ਪਈਆਂ ਹੋਣਗੀਆਂ, ਪਰ ਇਹ ਸੱਚ ਹੈ। ਤੇ ਫਿਰ ਇਹ ਵੀ ਸੱਚ ਹੈ ਕਿ ਸੁਖਜਿੰਦਰ ਰੰਧਾਵਾ ਨੂੰ 16 ਵੋਟਾਂ ਪਈਆਂ ਤੇ ਬੀਬੀ ਪ੍ਰਨੀਤ ਕੌਰ ਨੂੰ 12 ਤੇ ਨਵਜੋਤ ਸਿੰਘ ਸਿੱਧੂ ਨੂੰ ਪਈਆਂ 6 ਤੇ ਜਿਹੜੇ ਬਾਈ ਚਾਂਸ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਉਹਨਾਂ ਨੂੰ 2 ਵਿਧਾਇਕਾਂ ਦੀ ਹਮਾਇਤ ਹਾਸਲ ਸੀ। ਹਾਂਜੀ, ਇਸ ਸਿਚੁਏਸ਼ਨ ਦੇ ਵਿੱਚ ਜਿਸ ਬੰਦੇ ਨੂੰ ਤੁਸੀਂ ਬੰਗਲੌਰ ਤੋਂ ਬੁਲਾਇਆ ਹੋਵੇ ਵੀ ਤੁਹਾਨੂੰ ਸੀਐਮ ਬਣਾਉਣਾ ਤੇ ਇੱਕ ਉਹਨਾਂ ਦੀ ਸੀਨੀਅਰ ਮੋਸਟ ਲੀਡਰ ਕਹਿ ਰਹੇ ਵੀ ਭਾਈ ਇਹ ਤਾਂ ਸਿੱਖ ਸਟੇਟ ਹੈ, ਇੱਥੇ ਤਾਂ ਸਿੱਖਾਂ ਦੇ ਵਿੱਚੋਂ ਮੁੱਖ ਮੰਤਰੀ ਚਾਹੀਦਾ ਤੇ ਇਸ ਗੱਲ ਕਰਕੇ ਹਾਈ ਕਮਾਨ ਰੱਦ ਕਰ ਦੇਵੇ ਸੁਨੀਲ ਜਾਖੜ ਵਰਗੇ ਚਿਹਰੇ ਨੂੰ। ਮੈਨੂੰ ਤਾਂ ਪਤਾ ਹੀ ਉਦੋਂ ਲੱਗਾ ਕਿ ਉਹ ਹਿੰਦੂ ਆ, ਮੈਨੂੰ ਨਹੀਂ ਸੀ ਪਤਾ ਲੱਗਾ, ਨਾ ਭਾਵੇਂ ਸੁਨੀਲ ਸੀ ਪਰ ਮੈਨੂੰ ਨਹੀਂ ਸੀ ਲੱਗਦਾ ਵੀ ਜਾਖੜ ਸੀ, ਪਿੱਛੇ ਲੱਗਾ ਵੀ ਇਹ ਹਿੰਦੂ ਭਾਈਚਾਰੇ ਚੋਂ, ਜਿਹੜੀ ਇਹ ਦੱਸ ਦਿੱਤਾ ਲੋਕਾਂ ਨੂੰ ਵੀ ਇਹ ਭਾਈ। ਤੇ ਇਸ ਗੱਲ ਦੀ ਤਕਲੀਫ ਤਾਂ ਬੰਦੇ 'ਚ ਹੁੰਦੀ ਹੈ ਨਾ। ਅਸੀਂ ਇਹ ਨਹੀਂ ਤਵੱਕੋ ਕਰ ਸਕਦੇ ਵੀ ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਜਾਵੇ, ਪ੍ਰਤਾਪ ਸਿੰਘ ਬਾਜਵਾ ਜੋ ਮਰਜ਼ੀ ਕਹੀ ਜਾਵੇ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਜੋ ਮਰਜ਼ੀ ਕਹੀ ਜਾਣ, ਜਿੱਥੇ ਮਰਜ਼ੀ ਰੋ ਪੈਣ ਵੀ ਮੇਰੇ ਨਾਲ ਧੱਕਾ ਹੋ ਰਿਹਾ
ਤੇ ਸੁਨੀਲ ਜਾਖੜ ਜੇ ਇੱਕ ਵਾਰੀ ਦੱਸ ਦਵੇ ਸੱਚ, ਅਸੀਂ ਕਹੀਏ ਵੀ ਸਾਰੇ ਇਦਾਂ ਦੇ ਆ। ਹੁਣ ਜੇ ਪਾਰਟੀ ਵੀ ਇਦਾਂ ਦੀ ਹੈ ਤਾਂ ਸਾਰੇ ਹੋਣਗੇ। ਜਾਂ ਤਾਂ ਪਾਰਟੀ ਵੱਖਰੀ ਹੋਵੇ, ਕੋਈ ਮਾਡਲ ਹੋਵੇ, ਕੋਈ ਕਿਸੇ ਕਿਸਮ ਦਾ ਪਾਰਟੀ ਦਾ ਕਰੈਕਟਰ ਜਿਹੜਾ ਕਿਸੇ ਵੇਲੇ ਹੁੰਦਾ ਸੀ ਉਹ ਤਾਂ ਖਤਮ ਹੋ ਚੁੱਕਾ। ਸੋ ਇਸ ਕਰਕੇ ਇਸ ਪਾਰਟੀ ਦੇ ਵਿੱਚ ਜਿਹੜੇ ਲੋਕ ਹੋਣਗੇ ਉਹ ਥੋੜੇ ਬਹੁਤ ਫਰਕ ਨਾਲ ਇੱਕੋ ਜਿਹੇ ਹੋਣਗੇ। ਨਵਜੋਤ ਸਿੰਘ ਸਿੱਧੂ ਬਹੁਤ ਵੋਕਲ ਹੋਣਗੇ। ਜਿਹੜੇ ਸਮੇਂ ਤੇ ਇਹ ਗੱਲਾਂ ਸਾਹਮਣੇ ਆ ਰਹੀਆਂ, ਜਿੱਦਾਂ ਅੱਜ ਵੇਰਵੇ ਇਹਨਾਂ ਨੇ ਕਹਿਤਾ ਕਿ ਮੈਨੂੰ 42 ਮਿਲੇ ਸੀ ਤੇ ਚੰਨੀ ਨੂੰ ਮਿਲੇ ਹੀ 2 ਸੀਗੇ ਸਾਰੇ, ਤੇ ਸਿੱਧੂ ਨੂੰ ਮਿਲੇ 6। ਇਹਦਾ ਨੁਕਸਾਨ ਤੇ ਸਿੱਧੇ ਤੌਰ ਤੇ ਹੈਗਾ ਨਾ, ਟਾਈਮਿੰਗ ਬੜੀ ਗਲਤ ਹੈ ਨਾ। ਟਾਈਮਿੰਗ ਜਿਹੜੀ ਤੇ ਉਹ ਕਰ ਰਹੇ ਆ, ਇਹਦਾ ਮਤਲਬ ਸਿੱਧੇ ਤੌਰ ਤੇ ਐਂ ਲੱਗਦਾ ਕਿ ਉਹਨਾਂ ਦੀ ਟਾਈਮਿੰਗ ਆਪਣੇ ਲਈ ਕੰਪੇਨ ਨਹੀਂ ਕਰਨੀ ਉਹਨਾਂ ਨੇ। ਉਹ ਇਹ ਦੱਸਦੇ ਆ ਵੀ ਭਾਈ ਹੁਣ ਵੀ ਹਾਲੇ ਵੀ ਮੈਂ ਕੈਂਡੀਡੇਟ ਆ। ਉਹ ਚੁੱਪ ਰਹਿ ਕੇ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਸਿੰਘ ਚੰਨੀ ਨੂੰ ਹਰੀ ਝੰਡੀ ਥੋੜ੍ਹਾ ਦੇਣਗੇ ਵੀ ਜੇ ਉਦੋਂ ਕੈਂਡੀਡੇਟ ਸੀ ਤਾਂ ਹੁਣ ਵੀ ਕੈਂਡੀਡੇਟ ਹੈ। ਜੇ ਪ੍ਰਤਾਪ ਸਿੰਘ ਬਾਜਵਾ ਕੈਂਡੀਡੇਟ ਤਾਂ ਉਹਨਾਂ ਦੇ ਹੁਣ ਕਹਿਣ ਦਾ ਮਤਲਬ ਉਮੀਦਵਾਰ ਹਾਂ ਹਾਲੇ ਵੀ। ਇਹਨਾਂ ਸਮਝ ਚੋਣਾਂ ਹੋ ਗਈਆਂ ਤੇ ਉੱਥੇ ਬੇਸ਼ੱਕ ਹੁਣ ਤੁਸੀਂ ਚੰਨੀ ਨੂੰ ਫੇਸ ਐਲਾਨ ਦਿਓ ਜਾਂ ਸਿੱਧੂ ਸਾਹਿਬ ਨੂੰ ਫੇਸ ਐਲਾਨ, ਪਰ ਚੋਣਾਂ ਤੋਂ ਬਾਅਦ ਮੈਂ ਫੇਰ ਖੜਾ ਚੀਫ ਮਿਨਿਸਟਰ ਦੇ ਉਮੀਦਵਾਰ ਦੇ ਤੌਰ ਦੇ ਉੱਤੇ। ਅੱਛਾ, ਇਹ ਗੱਲ ਤਾਂ ਪ੍ਰਗਟ ਸਿੰਘ ਵੀ ਕਹਿ ਰਿਹਾ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਸੀਐਮ ਦੇ ਕੈਂਡੀਡੇਟ ਹੈਗੇ ਹੋ, ਕਹਿੰਦੇ ਜੀ ਮੈਂ ਤੇ ਨਹੀਂ ਹੈਗਾ, ਪਰ ਕਿਹਨੂੰ ਆਪਣੀ ਤਰੱਕੀ ਚੰਗੀ ਨਹੀਂ ਲੱਗਦੀ, ਜੇ ਮੈਨੂੰ ਮੌਕਾ ਮਿਲੂ ਤਾਂ ਮੈਂ ਜ਼ਰੂਰ ਹੋਊਂਗਾ। ਜਾਨੀ ਕਿ ਸਿੱਧੇ ਤੌਰ ਤੇ ਕੈਂਡੀਡੇਟ ਉਹ ਵੀ ਨਹੀਂ। ਮੈਨੂੰ ਤਾਂ ਹੁਣ ਐਂ ਲੱਗਦਾ ਆ, ਉਹ ਕਹਿੰਦੇ ਹੁੰਦੇ ਸੀ ਕਿ ਅਕਾਲੀਆਂ 'ਚ ਜਿੰਨੇ ਜਥੇਦਾਰ ਨੇ ਉਹ ਸਾਰੇ ਹੀ ਮਤਲਬ ਜਦੋਂ ਮੌਕਾ ਆਉਂਦਾ ਆਪਣੇ ਗਲ 'ਚ ਆਪੇ ਹਾਰ ਪਾ ਲੈਂਦੇ ਆ। ਤੇ ਹੁਣ ਉਹ ਸਥਿਤੀ ਕਾਂਗਰਸ ਦੀ ਹੋ ਗਈ ਲੱਗਦੀ, ਜਿਹੜੀ ਕਦੀ ਅਕਾਲੀਆਂ 'ਚ ਕਹੀ ਜਾਂਦੀ ਸੀ ਕਿ ਡਿਸਪਲਿਨ ਨਾਂ ਦੀ ਕੋਈ ਚੀਜ਼ ਨਹੀਂ। ਇੱਕ ਤਾਂ ਰਵਾਇਤੀ ਤੌਰ ਤੇ ਉਦਾਂ ਹੀ ਇੱਕ ਕਹਾਵਤ ਹੈ, ਇੱਕ ਅਨਾਰ 100 ਬਿਮਾਰ। ਪਰ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਹੋਰ ਅਖਾਣ ਪੜ੍ਹਿਆ। ਉਹ ਅਖਾਣ ਦੇ ਵਿੱਚ ਲਿਖਿਆ ਸੀ ਵੀ ਇੱਕ ਨਿੰਬੂ ਤੇ ਪਿੰਡ ਭੁੱਖਿਆਂ ਦਾ। ਅੱਛਾ, ਹਾਲਤ ਇਹੀ ਬਣੀ, ਨਿੰਬੂ ਤੇ ਪਿੰਡ ਭੁੱਖਿਆਂ ਦਾ ਹਾਲਤ ਇਹੀ ਬਣੀ ਹੋਈ ਹੈ। ਇੱਥੇ ਹਰ ਬੰਦਾ ਹੀ ਦੇਖੋ, ਪਤਾ ਨਹੀਂ ਕਦੋਂ ਸ਼ਮਸ਼ੇਰ ਸਿੰਘ ਦੂਲੋਂ ਨੇ ਨਿਕਲ ਆਉਣਾ ਇਹ ਕਹਿ ਕੇ ਥਾਪੀ ਮਾਰ ਕੇ ਵੀ ਮੈਂ ਵੀ ਹੈਗਾ ਜੀ ਚੰਨੀ ਆ ਤਾਂ ਮੈਂ ਵੀ ਉਸੇ ਭਾਈਚਾਰੇ ਚੋਂ ਆ, ਮੈਨੂੰ ਕਿਉਂ ਨਹੀਂ ਤੁਸੀਂ ਤਵੱਜੋ ਦਿੰਦੇ। ਸੋ ਇਸ ਕਰਕੇ ਇੱਥੇ ਫਿਰ ਇਹ ਵੀ ਨਹੀਂ ਪਤਾ ਵੀ ਜਿੱਦਾਂ ਬਾਈ ਚਾਂਸ 2 ਵਿਧਾਇਕਾਂ ਦੀ ਹਮਾਇਤ ਵਾਲੇ ਨੂੰ ਤੁਸੀਂ ਮੁੱਖ ਮੰਤਰੀ ਬਣਾ ਦਿੰਦੇ ਹੋ, ਇਹ ਜਿੰਨੇ ਤੁਹਾਨੂੰ ਦਿਖਾਈ ਦੇ ਰਹੇ ਆ ਇਹਨਾਂ 'ਚ ਕੋਈ ਵੀ ਨਾ ਨਿਕਲੇ ਤੇ ਅਖੀਰ ਦੇ ਵਿੱਚ ਮਨਪ੍ਰੀਤ ਬਾਦਲ ਹੀ ਮੁੱਖ ਮੰਤਰੀ ਬਣ ਕੇ ਨਿਕਲਿਆ। ਕੁਝ ਵੀ ਪੋਸੀਬਲ ਹੈ। ਇੱਥੇ ਕਾਂਗਰਸ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਬਿਹੇਵ ਕੀਤਾ ਮਹੀਨਿਆਂ ਦੇ ਵਿੱਚੋਂ, ਤਾਂ ਇਸ ਪੋਸੀਬਲ ਹੈ। ਤੋ ਇਸ ਕਰਕੇ ਜਿਹਨੂੰ ਮਰਜ਼ੀ ਸੀਐਮ ਦਾ ਫੇਸ ਐਲਾਨ ਦਿੱਤਾ ਜਾਏ, ਚੋਣਾਂ ਤੋਂ ਬਾਅਦ ਤਾਂ ਪੁਆੜਾ ਪੈਣਾ ਹੀ ਪੈਣਾ। ਅੱਛਾ ਦਸਾਂਝ ਸਾਹਿਬ, ਜਿਹੜੀ ਟਾਈਮਿੰਗ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਪਾਸੇ ਜਿਹੜੀ ਨਿਆਂ ਪ੍ਰਣਾਲੀ ਹੈ ਸਾਡੀ, ਉਹਦਾ ਕੋਈ ਨਾ ਕੋਈ ਚੰਗਾ ਫੈਸਲਾ ਆਉਂਦਾ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ। ਖਾਸ ਕਰਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਰਮੰਨਾ ਹਰਾਂ ਦੇ ਅਸੀਂ ਕਈ ਵਾਰ ਸਿਫਤ ਕਰ ਚੁੱਕੇ ਹਾਂ ਆਪਣੇ ਇਹਨਾਂ ਪ੍ਰੋਗਰਾਮਾਂ 'ਚ। ਤੇ ਟਾਈਮਿੰਗ ਜਿਹੜੀ ਆ, ਜਿੱਦਾਂ ਸਿੱਧੂ ਦਾ ਕੇਸ ਖੋਲ੍ਹਿਆ ਗਿਆ ਹੁਣ ਦੁਬਾਰਾ, ਉਹ ਜਿਹੜਾ ਪੁਰਾਣਾ 34-35 ਸਾਲ ਵਾਲਾ ਕੇਸ ਆ, ਇਹਦੀ ਟਾਈਮਿੰਗ ਨੂੰ ਵੇਖ ਕੇ ਫਿਰ ਕਿਤੇ ਸ਼ੰਕਾ ਪੈਦਾ ਹੁੰਦਾ ਆ ਕਿ ਨਿਆਂਪਾਲਿਕਾ ਵੀ ਕਈ ਸਿਆਸੀ ਗੇਮ ਹੀ ਖੇਡ ਜਾਂਦੀ ਬਹੁਤੀ ਯਾਰ। ਜੇ ਉਹ ਇਹ ਕਹਿ ਸਕਦੀ ਆ ਕਿ ਬਿਕਰਮਜੀਤ ਮਜੀਠੀਆ ਨੂੰ ਤੁਸੀਂ ਇਲੈਕਸ਼ਨਾਂ ਤੱਕ ਹੱਥ ਨਹੀਂ ਲਾ ਸਕਦੇ, ਸਮੇਧ ਸੈਣੀ ਨੂੰ ਅਗਲੀ ਸਰਕਾਰ ਬਣਨ ਤੱਕ ਗ੍ਰਿਫਤਾਰ ਹੀ ਨਹੀਂ ਕਰ ਸਕਦੇ, ਬਲੈਂਕਟ ਬੇਲ ਦੇ ਦਿੰਦੇ ਆ, ਤੇ ਜੇਕਰ ਆਪਣੇ ਬਿਕਰਮ ਮਜੀਠੀਆ ਨੂੰ ਇਸ ਕਾਲ ਕਰਕੇ ਛੁੱਟੀ ਮਿਲ ਜਾਂਦੀ, ਕੋਈ ਨਹੀਂ ਇਲੈਕਸ਼ਨ ਚੱਲ ਰਹੀ ਹੈ ਤੇ ਬਾਅਦ 'ਚ ਨਿਬੜਾਂਗੇ, ਤੇ ਐਨ ਇਲੈਕਸ਼ਨ ਦੇ ਵਿੱਚ ਉਹ ਕੇਸ ਨੂੰ ਐਕਸੈਪਟ ਕਰਨ ਨੂੰ ਅੱਗੇ ਵੀ ਪਾ ਸਕਦੇ ਸੀ 20 ਤਰੀਕ ਤੱਕ, 21 ਤਰੀਕ ਨੂੰ ਫੜ ਕੇ ਅੰਦਰ ਕਰ ਦਿੰਦੇ ਉਹਨੂੰ। ਇਹ ਜਿਹੜੀ ਟਾਈਮਿੰਗ ਆ, ਫਿਰ ਇੱਥੋਂ ਐਂ ਲੱਗਣ ਲੱਗ ਜਾਂਦਾ ਆ ਕਿ ਕਿਤੇ ਨਾ ਕਿਤੇ ਸਾਰੇ ਕੁਝ ਦੀ ਘੁੰਡੀ ਜਿਹੜੀ ਆ ਉਹ ਫਸੀ ਰਹਿੰਦੀ ਆ ਸੈਂਟਰ ਗੌਰਮੈਂਟ ਦੇ ਹਵਾਲੇ ਨਾਲ। ਉਹ ਜਿੱਥੋਂ ਜੀ ਕਰਦਾ ਆ ਕੰਨ ਮਰੋੜ ਕੇ ਜਿਹੜੇ ਮਰਜ਼ੀ ਸੰਵਿਧਾਨਕ ਸੰਸਥਾ ਨੂੰ ਆਪਣੇ ਲਾਭ ਲਈ ਵਰਤ ਲੈਂਦੇ ਆ। ਬਿਲਕੁਲ ਠੀਕ ਹੈ ਜੀ। ਦੇਖੋ, ਅਸੀਂ ਹਮੇਸ਼ਾ ਇਹ ਕਹਿੰਦੇ ਰਹੇ ਹਾਂ ਕਿ ਬਾਕੀ ਸੰਵਿਧਾਨਕ ਅਦਾਰਿਆਂ ਬਾਰੇ ਤਾਂ ਖੁੱਲ੍ਹ ਕੇ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੈ, ਅਕੈਡਮੀਆਂ ਜਾਂ ਬਾਕੀ ਕਮਿਸ਼ਨ ਤੱਕ ਵੀ ਖੁੱਲ੍ਹ ਕੇ, ਜਾਂ CBI ਜਾਂ ED ਵਗੈਰਾ, ਇਹਨਾਂ ਨੂੰ ਖੁੱਲ੍ਹ ਕੇ ਵਰਤਿਆ ਗਿਆ ਆਪਾਂ ਨੂੰ ਦਿਖਾਈ ਦਿੰਦਾ। ਪਰ ਅਦਾਲਤਾਂ ਜਿਹੜੀਆਂ ਕਾਫੀ ਹੱਦ ਤੱਕ ਅਸੀਂ ਸਮਝਦੇ ਸੀ ਵੀ ਬਚੀਆਂ ਰਹਿੰਦੀਆਂ, ਪਰ ਕੁਝ ਫੈਸਲੇ 'ਚੋਂ ਪ੍ਰਭਾਵ ਦੇਖਣ ਨੂੰ ਮਿਲਿਆ, ਜਿੱਦਾਂ ਅਯੁੱਧਿਆ ਵਾਲਾ ਫੈਸਲਾ ਸੀ ਜਾਂ ਹੋਰ। ਪਰ ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ ਕਿ ਜਿਹੜੀ ਇਹ ਟਾਈਮਿੰਗ ਹੈ, ਮਤਲਬ ਜੇ ਬਿਕਰਮ ਸਿੰਘ ਮਜੀਠੀਆ ਨੂੰ 23 ਫਰਵਰੀ ਤੱਕ ਰਾਹਤ ਦੇ ਸਕਦੇ ਆ ਵੀ ਠੀਕ ਹੈ, ਭਾਵੇਂ ਉਹਨਾਂ ਨੇ ਇਹ ਕਿਹਾ ਪੰਜਾਬ ਆਪਣੇ ਸੁਪਰੀਮ ਕੋਰਟ ਨੇ ਵੀ ਇਹ ਗ੍ਰਿਫਤਾਰੀ ਤੇ ਰੋਕ ਹੈ, ਇਹ ਕੋਈ ਜ਼ਮਾਨਤ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਸਰੈਂਡਰ ਕਰਕੇ ਜ਼ਮਾਨਤ ਵਾਸਤੇ ਅਪਲਾਈ ਨਵੇਂ ਸਿਰਿਓਂ ਕਰਨਾ ਪਊਗਾ ਰੈਗੂਲਰ ਜ਼ਮਾਨਤ ਲਈ। ਪਰ ਉਹਦੇ ਬਾਵਜੂਦ 23 ਤੱਕ ਦਿੱਤੀ ਹੈ ਨਾ ਰਾਹਤ,
ਤੇ ਦੇਖੋ ਜਿਹੜਾ ਇੱਕ ਵਿਧੀ ਵਿਧਾਨ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਉਹ ਤਾਂ ਇਹੀ ਮੰਗ ਕਰਦਾ ਸੀ ਵੀ ਜੇ 34 ਸਾਲ ਪੁਰਾਣਾ ਕੇਸ ਜਿਹੜਾ ਰੋਡ ਰੇਜ ਦਾ ਹੈ, ਜਿਹਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ, 65 ਸਾਲ ਦੇ ਬਜ਼ੁਰਗ ਸੀਗੇ, ਤੇ ਝਗੜਾ ਹੋਇਆ ਸੀ ਨਵਜੋਤ ਸਿੰਘ ਸਿੱਧੂ ਨਾਲ ਫਿਜ਼ੀਕਲੀ, ਤੇ ਉਹਦੇ ਦੋਸਤ ਸੀਗੇ ਇੱਕ, ਤੇ ਉਹਦੇ 'ਚ ਲੋਅਰ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ, ਤੇ ਹਾਈ ਕੋਰਟ ਨੇ 3 ਸਾਲ ਦੀ ਸਜ਼ਾ ਤੇ ਕੋਈ ਜੁਰਮਾਨਾ ਦਿੱਤਾ ਸੀ, ਤੇ ਫਿਰ ਸੁਪਰੀਮ ਕੋਰਟ ਜਦੋਂ ਕੇਸ ਗਿਆ ਤਾਂ ਫਿਰ ਇੱਕ ਜੁਰਮਾਨਾ 1000 ਰੁਪਏ ਦਾ ਲਾ ਕੇ ਉਹਨਾਂ ਨੂੰ ਫਿਰ ਤੋਂ ਬਰੀ ਕਰ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ। ਤੇ ਹੁਣ ਉਸ ਕੇਸ ਨੂੰ 34 ਸਾਲਾਂ ਬਾਅਦ ਰੀਓਪਨ ਕਰਨਾ, ਤੇ ਇਹ ਗੱਲ ਠੀਕ ਹੈ ਕਿ ਨੈਤਿਕ ਤੌਰ ਦੇ ਉੱਤੇ ਤਾਂ ਇਹੀ ਸੀ ਵੀ ਹਾਂ ਵੀ ਉਹਨੂੰ ਕੰਸੀਡਰ ਨਾ ਕੀਤਾ ਜਾਂਦਾ, ਇਹ ਕਹਿ ਕੇ ਕਿ ਇਹਨੂੰ ਅਸੀਂ ਰਿਜ਼ਰਵ ਰੱਖ ਲੈਂਦੇ ਆ, ਪਰ ਇਹ ਜਿਹੜਾ ਆ ਚੋਣਾਂ ਤੋਂ ਬਾਅਦ ਹੀ ਤੁਸੀਂ ਆਇਓ, ਚੋਣਾਂ ਤੋਂ ਬਾਅਦ ਹੀ ਤੁਸੀਂ ਫਾਈਲ ਆਪਣੀ ਲਾਇਓ। ਚੋਣਾਂ ਆ ਤੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਨਵਜੋਤ ਸਿੰਘ ਸਿੱਧੂ, 34 ਸਾਲ ਪੁਰਾਣਾ ਕੇਸ ਹੈ, ਤੇ ਇਸ ਕਰਕੇ ਚੋਣਾਂ ਤੋਂ ਬਾਅਦ ਹੀ ਇਹਨੂੰ ਤੁਸੀਂ ਰੀਓਪਨ ਕਰਵਾ ਸਕਦੇ ਆ। ਇਹ ਜ਼ਰੂਰੀ ਸੀ, ਏਦਾਂ ਹੀ ਹੋਣਾ ਚਾਹੀਦਾ ਸੀ, ਪਰ ਨਹੀਂ ਹੋਇਆ। ਤਾਂ ਇਹਦਾ ਮਤਲਬ ਹੈ ਵੀ ਕਿਤੇ ਯੋਜਨਾਬੱਧ ਤਰੀਕੇ ਨਾਲ ਉਹਨਾਂ ਲੋਕਾਂ ਤੋਂ ਲਿਆਂਦਾ ਗਿਆ, ਜਿੱਦਾਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕਹਿ ਲਓ ਵੀ ਸੌਤੇਲੀ ਜਿਹੜੀ ਭੈਣ ਆ ਅਮਰੀਕਾ ਤੋਂ, ਉਹਨੂੰ ਬਕਾਇਦਾ ਆਰਗੇਨਾਈਜ਼ ਕਰਕੇ ਉੱਥੋਂ ਟਿਕਟ ਦੇ ਕੇ ਬਕਾਇਦਾ ਇੱਥੇ ਦੀ ਉਹਨੂੰ ਲਿਆਂਦਾ ਗਿਆ, ਤੇ ਹੁਣ ਇਸ ਤਰ੍ਹਾਂ ਇਸ ਕੇਸ ਨੂੰ ਰੀਓਪਨ ਕਰਨਾ ਜਿਹੜਾ ਇਸ ਪਾਸੇ ਵੱਲ ਇਸ਼ਾਰਾ ਕਰਦਾ। ਹਾਲਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਮੈਂ ਨਹੀਂ ਕਦੀ ਸੁਣਿਆ ਕਿ ਕਿਸੇ ਕਤਲ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਤੱਕ ਲੜਾਈ ਲੜੀ ਗਈ ਹੋਵੇ ਤੇ 1000 ਰੁਪਏ ਜੁਰਮਾਨਾ ਦੇ ਕੇ ਹੋ ਜੇ। ਕਿਤੇ ਨਾ ਕਿਤੇ ਬਚਾਉਣ ਵਾਲੇ ਵੀ ਉਹੀ ਸੀ ਤੇ ਹੁਣ ਫਸਾਉਣ ਵਾਲੇ ਵੀ ਉਹੀ ਨੇ, ਉਹੀ ਉਹਨਾਂ ਦੇ ਬੀਜੇਪੀ ਦੇ ਵੱਡੇ ਲੀਡਰ। ਜਦੋਂ ਆਪਾਂ ਬੀਜੇਪੀ 'ਚ ਹੁੰਦੇ ਸੀਗੇ ਉਦੋਂ ਉਹਨਾਂ ਨੇ ਬਚਾ ਲਿਆ, ਤੇ ਜਦੋਂ ਹੁਣ ਆਪਾਂ ਉਹਨਾਂ ਨਾਲ ਅੱਖ ਮਟਕਾ ਦੂਜੀ ਤਰ੍ਹਾਂ ਕਰ ਲਿਆ ਤੇ ਫਿਰ ਉਹਨਾਂ ਨੇ ਫਿਰ ਵਾਪਸ ਲੈ ਆਂਦਾ। ਮੈਨੂੰ ਲੱਗਦਾ ਤੇ ਇਦਾਂ ਹੀ ਆ, ਅੱਗੇ ਪਤਾ ਨਹੀਂ ਜੀ। ਹੁਣ ਨਿਆਂਪਾਲਿਕਾ ਦਾ ਆਪਣਾ ਕਿਹਾ ਜਾਂਦਾ ਹੈ ਕਿ ਮਾਈ ਲਾਰਡ ਦੇ ਅੱਗੇ ਕੋਈ ਸ਼ਬਦ ਨਹੀਂ ਤੁਸੀਂ ਵਰਤ ਸਕਦੇ, ਕਿਉਂਕਿ ਕੰਟੈਂਪਟ ਆਫ ਕੋਰਟ ਬਣ ਜਾਂਦੀ ਆ। ਹੋਰ ਕਿਸੇ ਦੀ ਕੰਟੈਂਪਟ ਜਾਂ ਕਿਸੇ ਦੀ ਬੇਇੱਜ਼ਤੀ ਨਹੀਂ ਹੁੰਦੀ, ਜੱਜ ਸਾਹਿਬ ਦੇ ਫੈਸਲੇ ਦੀ ਬੇਇੱਜ਼ਤੀ ਬਹੁਤ ਵੱਡੀ ਹੁੰਦੀ ਆ। ਬਿਲਕੁਲ। ਦੇਖੋ ਨਵਜੋਤ ਸਿੰਘ ਸਿੱਧੂ ਲਈ ਇਹ ਸਾਰੀਆਂ ਸਿਚੁਏਸ਼ਨਸ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ, ਤੇ ਜਿਹੜੀ ਗੱਲ ਤੁਸੀਂ ਵੀ ਕਹੀ, ਖੁਦ ਨਵਜੋਤ ਸਿੰਘ ਸਿੱਧੂ ਨੇ ਵੀ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਕਾਂਗਰਸ ਨੂੰ ਜੇ ਕੋਈ ਹਰਾ ਸਕਦਾ ਤੇ ਉਹ ਕਾਂਗਰਸ ਹੀ ਹੈ, ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਜੇ ਕੋਈ ਹਰਾ ਸਕਦਾ ਉਹ ਨਵਜੋਤ ਸਿੰਘ ਸਿੱਧੂ ਹੀ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਵਾਸਤੇ ਆਪ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਕ੍ਰੀਏਟ ਕਰ ਲਈਆਂ। ਹੁਣ ਤਾਂ ਉਹਦੇ ਬਾਹਰੀ ਦੁਸ਼ਮਣ ਵੀ ਹਰ ਪਾਸੇ ਦਿਖਾਈ ਦੇ ਰਹੇ ਆ, ਕਾਂਗਰਸ ਪਾਰਟੀ ਦੇ ਅੰਦਰ ਵੀ ਬਹੁਤ ਸਾਰੇ ਦੁਸ਼ਮਣ ਹੈਗੇ ਆ ਉਹਨਾਂ ਦੇ, ਤੇ ਪਰ ਮੈਂ ਸਮਝਦਾ ਕਿ ਉਹਨਾਂ ਦਾ ਬਿਹੇਵ ਜਿਹੜਾ ਆ ਉਹ ਉਹਨਾਂ ਦਾ ਦੁਸ਼ਮਣ ਹੈ। ਉਹ ਜੇ ਇੱਕ ਸਮੂਥ ਪੋਲਿਟਿਕਸ ਕਰਦੇ ਤਾਂ ਸ਼ਾਇਦ ਨਾ ਤਾਂ ਉਹਨਾਂ ਦਾ ਕੋਈ ਟਕਰਾਅ ਦੀ ਸਥਿਤੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਵੱਡੇ ਚਿਹਰੇ ਉਹਨਾਂ ਨਾਲ ਹੋਣੀ ਸੀ, ਤੇ ਰੂਟੀਨ ਦੇ ਵਿੱਚ ਉਹਨਾਂ ਨੇ ਇਸ ਵੇਲੇ ਸਭ ਤੋਂ ਵੱਡੇ ਲੀਡਰ ਹੋਣਾ ਸੀ। ਕਾਂਗਰਸ ਪਾਰਟੀ ਦੇ ਮੁੱਦੇ ਜ਼ਰੂਰ ਉਹ ਚੁੱਕਦੇ, ਪਰ ਮੁੱਦਿਆਂ ਦੇ ਨਾਲ ਨਾਲ ਜਿਹੜੀ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਪੋਲਿਟਿਕਸ ਦੇ ਵਿੱਚ ਜਦੋਂ ਤੁਸੀਂ ਨਿੱਜੀ ਦੁਸ਼ਮਣੀਆਂ ਪਾਲ ਲੈਂਦੇ ਹੋ ਨਾ, ਫਿਰ ਸਰਵਾਈਵ ਕਰਨਾ ਥੋੜਾ ਔਖਾ, ਟੈਂਪਰੇਰੀ ਸਰਵਾਈਵ ਹੋ ਸਕਦਾ ਹੈ। ਉਹਨਾਂ ਦੀ ਟੋਟਲ ਪੋਲਿਟਿਕਸ ਜਿਹੜੀ ਹੈ ਅਸਲ 'ਚ ਪਰਸਨਲ ਵਿਰੋਧ ਦੇ ਉੱਤੇ ਟਿਕੀ ਹੋਈ ਹੈ। ਬਾਦਲਾਂ ਦੇ ਨਾਲ ਉਹਨਾਂ ਦਾ ਟਕਰਾਅ ਦੀ ਸਥਿਤੀ, ਉਹਦੇ ਕਰਕੇ ਦੇਖੋ ਭਾਰਤੀ ਜਨਤਾ ਪਾਰਟੀ ਨਾਲ ਤਾਂ ਉਹਨਾਂ ਦਾ ਕੋਈ ਟਕਰਾਅ ਨਹੀਂ ਸੀ ਨਾ ਸਿੱਧਾ, ਪਰ ਉਹ ਭਾਰਤੀ ਜਨਤਾ ਪਾਰਟੀ ਤੋਂ ਬਾਅਦ ਇਸ ਕਰਕੇ ਆਏ ਵੀ ਉਹ ਬਾਦਲਾਂ ਦਾ ਸਾਥ ਨਹੀਂ ਸੀ ਛੱਡਦੇ, ਤੇ ਇਸ ਕਰਕੇ ਉਹਨਾਂ ਨੇ ਸੌਖਾ ਤਰੀਕਾ ਲੱਭ ਲਿਆ ਵੀ ਕਾਂਗਰਸ ਜਾਵਾਂਗੇ ਤੇ ਕਾਂਗਰਸ 'ਚ ਜਾ ਕੇ ਮੁੱਖ ਮੰਤਰੀ ਵੀ ਬਣ ਜਾਗੇ, ਬੀਜੇਪੀ 'ਚ ਰਹਿ ਕੇ ਤਾਂ ਪੰਜਾਬ ਦਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਕਦੀ ਏਦਾਂ ਦੀ ਤਾਕਤ ਬਣਨੀ ਨਹੀਂ। ਹਾਂ, ਹੁਣ ਜਦੋਂ ਆਏ ਕਾਂਗਰਸ ਦੇ ਵਿੱਚ ਤੇ ਉਹੀ ਪਰਸਨਲ ਵਿਰੋਧ ਦੇ ਤੌਰ ਤੇ ਕੈਪਟਨ ਅਮਰਿੰਦਰ ਨਾਲ ਲੜਾਈ ਲੜੀ, ਕੈਪਟਨ ਨੂੰ ਲਹਾ ਵੀ ਲਿਆ, ਚੰਨੀ ਉਹਨਾਂ ਨੂੰ ਲਿਆ, 3 ਦਿਨ ਬਾਈ ਜੀ ਕਹਿ ਕੇ ਉਹਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ। ਜਦ ਦੇਖਿਆ ਗੱਲ ਵਿਗੜ ਗਈ ਤਾਂ ਉਹਨਾਂ ਨਾਲ ਪਰਸਨਲ ਵਿਰੋਧ ਚ ਆ ਗਏ। ਉਹਨਾਂ ਦਾ ਟੋਟਲ ਪੋਲਿਟਿਕਸ ਜਿਹੜੀ ਹੈ ਨਿੱਜੀ ਦੁਸ਼ਮਣੀ ਤੇ ਖੜੀ ਹੈ, ਇਸ ਕਰਕੇ ਉਹ ਆਟੋਮੈਟਿਕਲੀ ਆਪਣੇ ਦੁਸ਼ਮਣ ਵੀ ਆਪੇ ਹੋ ਜਾਂਦੇ ਜੀ। ਖਹਿਰਾ ਸਾਹਿਬ ਨਾਲ ਥੋੜੀ ਜਿਹੀ ਮਿਲਦੀ ਜੁਲਦੀ ਆ, ਉਹ ਵੀ ਇਦਾਂ ਹੀ ਕਰਦੇ ਆ, ਇਦਾਂ ਦੀ ਪੋਲਿਟਿਕਸ ਖਹਿਰਾ ਵੀ ਕਰਦਾ ਰਿਹਾ। ਇੱਕ ਵਿਅਕਤੀ ਬਾਰੇ ਕਿਸੇ ਨੇ ਮੈਨੂੰ ਟਿੱਪਣੀ ਦਿੱਤੀ, ਉਹ ਵਿਅਕਤੀ ਮੇਰੇ ਉਹ ਕਈ ਵਾਰੀ ਮੇਰੇ ਨਾਲ ਵੀ ਲੜ ਪੈਂਦੇ ਆ ਤੇ ਫਿਰ ਠੀਕ ਹੋ ਜਾਂਦੇ ਆ, ਉਹਦਾ ਨਾਂ ਤਾਂ ਨਹੀਂ ਮੈਂ ਲੈਣਾ, ਪਰ ਉਹ ਵਿਅਕਤੀ ਬਾਰੇ ਕਿਸੇ ਨੇ ਟਿੱਪਣੀ ਕੀਤੀ ਵੀ ਇਹ ਮੈਨੂੰ ਐਂ ਲੱਗਦਾ ਵੀ ਇਹ ਤਾਂ ਆਪਦੇ ਜਿਹੜਾ ਗਲ 'ਚ ਕੱਪੜੇ ਪਾਏ ਇਹਨਾਂ ਨਾਲ ਵੀ ਲੜ ਪੈਂਦਾ ਹੁਣ ਨਵਜੋਤ ਸਿੰਘ ਸਿੱਧੂ ਦੀ ਹਾਲਤ ਹੈ। ਅੱਛਾ, ਫਤਿਹ ਜੰਗ ਬਾਜਵਾ ਦੇ ਉੱਤੇ ਵੀ ਕੋਈ ਕੇਸ ਦਰਜ ਹੋਇਆ ਜੀ, ਉਹ ਕੀ ਚੱਕਰ ਪੈ ਗਿਆ?
ਦੇਖੋ ਛੋਟੇ ਮੋਟੇ ਜਿਹੜੇ ਕੇਸਿਸ ਹੁੰਦੇ ਆ ਮੈਨੂੰ ਮੇਰੇ ਕੋਲ ਡਿਟੇਲ ਨਹੀਂ ਡਿਜ਼ਾਸਟਰ ਮੈਨੇਜਮੈਂਟ ਦਾ ਕੋਈ ਕੇਸ ਆ, ਧਾਰਾ 188 ਤੇ 51 ਤੇ ਲੱਗੀਆਂ ਨੇ, ਪਤਾ ਨਹੀਂ ਕਾਹਦੀਆਂ ਨੇ। ਮੈਂ BBC ਦੀ ਰਿਪੋਰਟ ਦੇਖ ਰਿਹਾ ਸੀਗਾ ਕਿ ਉਹਨਾਂ ਦੇ ਉੱਤੇ ਵੀ ਇੱਕ ਕੇਸ ਜਿਹੜਾ ਉਹ ਨਵਾਂ ਜਿਹੜਾ ਹੈ ਪਾ ਦਿੱਤਾ ਗਿਆ। ਅਦੇ ਇਦਾਂ ਦੇ ਮਾੜੇ ਮੋਟੇ ਕੇਸ ਕੁਛ ਚੱਲਦੇ ਰਹਿੰਦੇ ਆ, ਤੇ ਪਰ ਜੇ ਸੀਰੀਅਸਲੀ ਪੋਲੀਟੀਕਲੀ ਕੋਈ ਇਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਤਿਆਰ ਕਰਕੇ ਕੇਸ ਕੁਛ ਪਾਇਆ ਗਿਆ ਹੋਵੇ ਤਾਂ ਗੱਲ ਹੋ ਰਿਹਾ ਜੀ। ਰੂਟੀਨ ਦੇ ਕੇਸ ਕੁਛ ਇਹ ਪੋਲੀਟੀਸ਼ੀਅਨਾਂ ਦੇ ਉੱਤੇ ਬੜੇ ਕੇਸ ਨੇ ਜੀ, ਇਹ ਚੋਂ ਕੱਢਣ ਪਾਉਣ ਨੂੰ ਕੁਝ ਨਹੀਂ। ਤੁਸੀਂ ਤਾਂ ਚੋਣਾ ਲੰਘ ਲੈਣ ਦਿਓ, ਨਾ ਤਾਂ ਬਿਕਰਮ ਮਜੀਠੀ ਦੇ ਕੇਸ ਤੇ ਬਹੁਤੀ ਗੱਲ ਆਪਾਂ ਦੇਖਣੀ ਸੁਣਨੀ ਹੈ, ਫਿਰ ਸਾਰਾ ਕੁਝ ਓਦਾਂ ਹੋ ਜਾਣਾ। ਇਹ ਜ਼ਰੂਰ ਹੈ ਚੱਲੀ ਜਾਊਗਾ, ਫਿਰ ਰੁਕ ਜਾਂਦੀਆਂ ਕਈ ਚੀਜ਼ਾਂ ਹਨਾ। ਹੁਣ 4.5 ਸਾਲ ਤੱਕ ਇਹਦੇ ਵਿੱਚ ਦਸਾਂਝ ਸਾਹਿਬ ਪੋਲੀਟੀਸ਼ੀਅਨਸ ਦਾ ਵੀ ਜਿੰਨਾ ਦੋਸ਼ ਆ ਉਹ ਤੇ ਹੈਗਾ ਹੀ ਹੈਗਾ, ਕਿਉਂਕਿ ਉਹਨਾਂ ਦੇ ਆਪਣੇ ਆਪ ਦੇ ਉੱਤੇ ਉਹ ਹਰ ਕੰਮ ਤੇ ਮਿੱਟੀ ਪਾਉਣੀ ਹੁੰਦੀ ਆ। ਸਾਡਾ ਜਿਹੜਾ ਮੀਡੀਆ ਨਾ, ਜਰਨਲਿਸਟ ਭਾਈਚਾਰਾ, ਇਹ ਵੀ ਇਹ ਤੋਂ ਬਰੀ ਨਹੀਂ ਹੋ ਸਕਦਾ। ਇਹ ਜਿਹੜੀ ਖਬਰ ਇਹਨਾਂ ਨੂੰ ਸੂਟ ਕਰਦੀ 2-4 ਦਿਨ ਬੜੀ ਉਭਾਰੀ ਜਾਂਦੀ ਆ ਤੇ ਮੁੜ ਕੇ ਖਬਰ ਦਾ ਫਾਲੋ ਅਪ ਨਹੀਂ ਹੁੰਦਾ। ਲੋਕ ਪੁੱਛਦੇ ਰਹਿੰਦੇ ਕੀ ਹੋਇਆ ਸੀ ਜੀ ਉਸ ਕੇਸ ਦਾ, ਤੇ ਕਿਸੇ ਪੱਤਰਕਾਰ ਕੋਲ ਉਹਦਾ ਉੱਤਰ ਨਹੀਂ ਹੁੰਦਾ, ਉਹਨਾਂ ਨੇ ਕਦੀ ਫਾਲੋ ਨਹੀਂ ਕੀਤਾ ਹੁੰਦਾ, ਆਪ ਹੀ ਭੁੱਲ ਭੁਲਾ ਜਾਂਦੇ ਆ। ਤੇ ਲਾਮਾ ਆਪਾਂ ਇਹ ਦਿੰਦੇ ਆ ਕਿ ਲੋਕ ਬੜੀ ਜਲਦੀ ਭੁੱਲਦੇ ਆ। ਜਿਹੜੇ ਲੋਕਾਂ ਨੇ ਲੋਕਾਂ ਨੂੰ ਜਿਹੜੇ ਉਹ ਕਹਿੰਦੇ ਆ ਨਾ ਵਾਚ ਡੌਗ ਬਣ ਕੇ ਕੰਮ ਕਰਨਾ ਹੁੰਦਾ, ਜਾਂ ਜਿਹੜਾ ਬੈਲ ਵਜਾਉਣ ਵਾਲਾ ਬੰਦਾ ਅਸੀਂ ਕਹਿੰਦੇ ਆ, ਉਹ ਪੱਤਰਕਾਰ ਭਾਈਚਾਰਾ ਹੀ ਹੁੰਦਾ ਨਾ। ਤੇ ਉਹਨਾਂ ਨੇ ਵੀ ਇਹ ਤਹਈਆ ਕੀਤਾ ਹੁੰਦਾ ਕਿ ਆਪਾਂ ਹੁਣ ਕੀ ਲੈਣਾ ਜੀ, ਗਈ ਆਈ ਗੱਲ ਹੋ ਗਈ, ਫਾਲੋ ਨਹੀਂ ਕਰਦੇ। ਬਿਲਕੁਲ ਇਹ ਠੀਕ ਨਹੀਂ। ਦੇਖੋ ਮੀਡੀਆ ਦਾ ਵਿਸਥਾਰ ਤਾਂ ਬਹੁਤ ਹੋਇਆ, ਪਰ ਮੀਡੀਆ ਦੇ ਵਿਸਥਾਰ ਦੇ ਨਾਲ ਮੀਡੀਆ ਦਾ ਨਿਗਾਰ ਵੀ ਬਹੁਤ ਵੱਡੇ ਪੱਧਰ ਤੇ ਹੋਇਆ। ਇਸ ਕਰਕੇ ਮੀਡੀਆ ਦੇ ਵਿਸਥਾਰ ਦੇ ਨਾਲ ਜਦੋਂ ਤੁਸੀਂ ਨਿਗਾਰ ਦੀ ਸਥਿਤੀ ਦੇਖੋਗੇ ਤੇ ਫਿਰ ਇਹ ਸਿਚੁਏਸ਼ਨ ਜਿਹੜੀਆਂ ਸਾਡੇ ਸਾਹਮਣੇ ਆ, ਉਹਦੇ 'ਚ ਇਹਨਾਂ ਦੀ ਭੂਮਿਕਾ ਜਿਹੜੀ ਆ ਉਹਨੂੰ ਤੁਸੀਂ ਪਾਸੇ ਨਹੀਂ ਕਰ ਸਕਦੇ। ਸੋ ਮੀਡੀਆ ਵੀ ਬਾਕੀ ਸੰਸਥਾਵਾਂ ਦੇ ਵਾਂਗ ਹੀ ਆ, ਤੇ ਕੁਝ ਵੀ ਇੱਥੇ ਹੋ ਰਿਹਾ ਹੈ ਪੰਜਾਬੀ ਮੀਡੀਆ ਦੇ ਵਿੱਚ ਵੀ ਹੈ। ਜਿਹੜਾ ਸੋਕਾਰ ਜਿਹੜਾ ਆ ਕਹਿ ਲਓ ਵੀ ਦੇਸ਼ ਪੱਧਰ ਦਾ ਜਿਹੜਾ ਮੀਡੀਆ ਆ, ਉਹਦੇ 'ਚ ਵੀ ਇਹ ਜਿਹੜੇ ਰੰਗ ਆਪ ਵੱਡੇ ਪੱਧਰ ਤੇ ਦਿਖਾਈ ਦਿੰਦੇ ਆ, ਜੋ ਇਹਨਾਂ ਨੂੰ ਸੂਟ ਕਰਦਾ ਹੈ, ਜਿਹਦੇ ਨਾਲ ਇਹਨਾਂ ਦੀ TRP ਬਣਦੀ ਹੈ। ਉਹ ਚੀਕ ਕੇ ਜਿਹੜਾ 2-4 ਦਿਨ ਜਿਹੜਾ ਰੌਲਾ ਪਾਉਂਦੇ ਆ, ਤੇ ਮੁੜ ਕੇ ਫਿਰ ਉਹਦਾ ਫਾਲੋ ਕਿਤੇ ਹੁੰਦਾ ਨਹੀਂ। ਫਿਰ ਉਹ ਨਵੀਂ ਕੋਈ ਨਾ ਤੁਰ ਪੈਂਦੇ ਆ, ਨਵੀਂ ਸਨਸਨੀ ਕੋਈ ਨਾ ਕੋਈ ਲੱਭਣ ਤੁਰ ਪੈਂਦੇ। ਬਿਲਕੁਲ ਜੀ। ਇਲੈਕਟ੍ਰੋਨਿਕਸ ਮੀਡੀਆ ਦੀ ਤੇ ਮਜਬੂਰੀ ਬਣ ਗਈ ਨਾ ਜੀ, ਚੀਕਾ ਮਾਰਨ ਵਾਲੀ ਜਿਹੜੀ ਤੁਸੀਂ ਕਹਿ ਰਹੇ ਹੋ ਸਨਸਨੀ ਵਾਲੀ, ਤੇ ਮੀਡੀਆ 'ਚ ਨਿਗਾਰ ਹੋਣ ਹੀ ਨਹੀਂ ਆਇਆ। ਅਸੀਂ ਜਦੋਂ ਬਹੁਤ ਛੋਟੇ ਹੁੰਦੇ ਅਖਬਾਰਾਂ 'ਚ ਵੇਖਦੇ ਹੁੰਦੇ ਸੀ ਸਾਧੂ ਸਿੰਘ ਹਮਦਰਦ ਵਰਸਸ ਲਾਲਾ ਜਗਤ ਨਾਰਾਇਣ, ਤੇ ਜਿੱਦਾਂ ਦੀਆਂ ਉਹ ਇੱਕ ਦੂਜੇ ਤੇ ਐਡੀਟੋਰੀਅਲ ਲਿਖ ਕੇ ਤੇ ਜਿੱਦਾਂ ਦੀਆਂ ਖਬਰਾਂ ਛਾਪਦੇ ਹੁੰਦੇ ਸੀ, ਉਹਦੇ 'ਚ ਵੀ ਅਸੀਂ ਪੜ੍ਹਦੇ ਹੁੰਦੇ ਸੀ ਕਿ ਜਦੋਂ ਪਾਕਿਸਤਾਨ ਵੀ ਬਣਿਆ ਉਹਦੇ ਪਿੱਛੇ ਮਹਾਸ਼ਿਆਂ ਦਾ ਜ਼ਿਆਦਾ ਰੋਲ ਸੀਗਾ, ਉਹਨਾਂ ਰੋਲ ਮੁਸਲਮਾਨ ਦਾ ਜਾਂ ਮੁਸਲਿਮ ਲੀਗ ਦਾ ਨਹੀਂ ਸੀ, ਜਿੰਨੀ ਨਫ਼ਰਤ ਦਾ ਪ੍ਰਚਾਰ ਉਹਨਾਂ ਸਮਿਆਂ 'ਚ ਵੀ ਹੋਇਆ। ਯਾਨੀ ਕਿ ਪ੍ਰੈਸ ਹਮੇਸ਼ਾ ਹੀ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਰਹੀ ਆ। ਪ੍ਰਿੰਟ ਮੀਡੀਆ ਆਪਣੇ ਦੌਰ 'ਚ ਇੱਦਾਂ ਕਰਦਾ ਰਿਹਾ, ਤੇ ਹੁਣ ਤੇ ਖੈਰ ਅੱਲਾ ਹੀ ਬੇਲੀ ਆ ਕਿ ਘਰ ਹੀ ਮੀਡੀਆਕਾਰ ਬੈਠਾ ਆ, ਹਰ ਬੰਦਾ ਆਪਣੇ ਟੈਲੀਫੋਨ ਦੇ ਉੱਤੇ ਹੀ ਸਾਰਾ ਕੁਝ ਚਲਾਈ ਫਿਰਦਾ। ਬਿਲਕੁਲ। ਦੇਖੋ ਜਿੱਦਾਂ ਸਮਾਂ ਬਦਲਦਾ, ਜਿਹੜੀਆਂ ਚੀਜ਼ਾਂ ਜਿਹੜੀਆਂ ਤੇਜ਼ੀ ਨਾਲ ਬਦਲਦੀਆਂ, ਹੁਣ ਤਾਂ ਇਹ ਆ ਵੀ ਤੁਸੀਂ ਪਲ ਦੇ ਵਿੱਚ ਹੀ ਸਾਰਾ ਕੁਝ ਬਦਲ ਜਾਂਦਾ, ਇੱਕ ਸੈਕਿੰਡ ਦੇ ਫੋੜ ਦੇ ਵਿੱਚ ਹੀ ਇੰਨੀਆਂ ਚੀਜ਼ਾਂ ਹੋ ਜਾਂਦੀਆਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਤੇ ਜਿਹਨਾਂ ਦਾ ਜ਼ਿਕਰ ਤੁਸੀਂ ਕੀਤਾ, ਉਹਨਾਂ ਨੇ ਤਾਂ ਰਲ ਕੇ ਸੈਰ ਸੂਰ ਉਹ ਇਕੱਠੇ ਕਰਦੇ ਹੁੰਦੇ ਸੀ, ਲਾਲਾ ਜਗਤ ਨਾਰਾਇਣ ਤੇ ਸਾਧੂ ਸਿੰਘ ਹਮਦਰਦ। ਸਵੇਰ ਦੀ ਸੈਰ ਉਹ ਇਕੱਠੇ ਕਰਦੇ ਹੁੰਦੇ ਸੀ, ਤੇ ਸਵੇਰੇ ਸੈਰ ਕਰਦੇ ਸੋਚ ਲੈਂਦੇ ਸੀ ਵੀ ਅੱਜ ਤੂੰ ਕੀ ਲਿਖਣਾ ਤੇ ਮੈਂ ਕੀ ਲਿਖਣਾ, ਸਲਾਹ ਤੇ ਜਿਹੜੀ ਪੰਜਾਬ ਦੇ ਵਿੱਚ ਬਿਲਕੁਲ ਇਹ ਰਿਐਲਿਟੀ ਹੈ। ਤੇ ਵਿਸਾਰ ਵਿਵਾਦ ਦੇਖੋ ਤੁਸੀਂ, ਮੈਂ ਤੁਹਾਨੂੰ ਦੱਸਦਾ 25-30 ਹਜ਼ਾਰ ਅਖਬਾਰ ਛਪਦੀ ਸੀ ਜਗਬਾਣੀ ਪੰਜਾਬ ਦੇ ਜਿਹੜੀ ਦਹਿਸ਼ਤਗਰਦੀ ਦੇ ਦੌਰ ਤੋਂ ਪਹਿਲਾਂ, ਤੇ ਅਕਾਲੀ ਪੱਤਰਕਾਰ ਸਭ ਤੋਂ ਵੱਡੀ ਅਖਬਾਰ ਹੁੰਦੀ ਸੀ ਕਿਸੇ ਵੇਲੇ। ਸਾਡੇ ਪਿੰਡ ਵਾਲੇ ਦਸਾਂਝ ਸਾਹਿਬ ਦੇ ਵੇਲੇ, ਹਾਂਜੀ, ਅਮਰ ਸਿੰਘ ਦਸਾਂਝ ਦੇ ਵੇਲੇ, ਹਾਂਜੀ, ਸਭ ਤੋਂ ਵੱਡੀ ਪੰਜਾਬ ਦੀ ਅਖਬਾਰ ਜੇ ਕੋਈ ਸੀ ਤਾਂ ਅਕਾਲੀ ਪੱਤਰਕਾਰ ਸੀ। ਅਜੀਤ ਵੀ 20-25-30 ਹਜ਼ਾਰ ਛਪਦੀ ਸੀ। ਪੰਜਾਬ ਨੂੰ ਅੱਗ ਜਦੋਂ ਲੱਗੀ ਹੈ, ਉਸ ਅੱਗ ਦੇ ਸਮੇਂ ਦੇ ਵਿੱਚ ਜਿਸ ਕਿਸਮ ਦੀ ਭੂਮਿਕਾ ਇਹਨਾਂ ਦੋ ਅਦਾਰਿਆਂ ਨੇ ਨਿਭਾਈ ਹੈ, ਰਲ ਮਿਲ ਕੇ ਸੋਚ ਸਮਝ ਕੇ ਸੈਰਾਂ ਇਕੱਠੀਆਂ ਕਰਕੇ, ਤੇ ਫਿਰ ਜਿਹਨਾਂ ਦਾ ਜ਼ਿਕਰ ਤੁਸੀਂ ਕੀਤਾ, ਉਸ ਤੋਂ ਬਾਅਦ ਲੱਖਾਂ 'ਚ ਪਹੁੰਚ ਗਈ ਤਾਦਾਦ। ਇੱਕ ਖਾਸ ਵਰਗ ਜਿਹੜਾ ਜਗਬਾਣੀ ਨੂੰ ਤਾਂ ਮਤਲਬ ਬਹੁਤ ਸਾਰੇ ਲੋਕ ਅੱਗਬਾਣੀ ਕਹਿਣ ਲੱਗ ਪਏ ਸੀ, ਉਹ ਹਿੰਦੂ ਭਾਈਚਾਰੇ ਦੇ ਵਿੱਚ ਜ਼ਿਆਦਾ ਪਾਪੂਲਰ ਪੰਜਾਬ ਕੇਸਰੀ ਗਰੁੱਪ ਹੋ ਗਿਆ। ਸਿੱਖ ਭਾਈਚਾਰੇ 'ਚ ਜਿਹੜੀ ਆ ਅਜੀਤ ਚਲੀ ਗਈ। ਮਤਲਬ ਓਦਾਂ ਭਾਵੇਂ ਵੰਡੀ ਕੋਈ ਪਈ ਹੋਵੇ ਨਾ ਹੋਵੇ, ਅਖਬਾਰ ਵਾਲੇ ਤਾਂ ਵੰਡੀ ਪਾਤੀ ਵੀ ਮੈਂ ਤਾਂ ਭਾਈ ਅਜੀਤ ਦਾ ਪਾਠਕ ਹਾਂ ਤੇ ਮੈਂ ਹੈਗਾ,
ਪੰਜਾਬ ਕੇਸਰੀ ਦਾ, ਜਾਂ ਜਿਹੜਾ ਹਿੰਦੀ ਵਾਲੇ ਸ਼ਹਿਰਾਂ ਵਾਲੇ ਪੰਜਾਬ ਕੇਸਰੀ, ਪਿੰਡਾਂ ਵਾਲੇ ਜਗ ਬਾਣੀ, ਇਹ ਸਥਿਤੀ ਆਪਾਂ ਦੇਖੀ ਆ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਸਾਂਝ ਸਾਹਿਬ। ਕੱਲ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਧੰਨਵਾਦ ਜੀ।